ਵਾਹਿਗੁਰੂ। ਵਾਹ ਵਾਹ। ਵਾਹਿਗੁਰੂ 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 ਵਾਹਿਗੁਰੂ। 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 ਵਿਸਰ ਨਾਹੀ ਦਾਤਾਰ ਵਿਸਰ ਨਾਹੀ ਦਾਤਾਰ। ਆਪਣਾ ਨਾਮ ਦਿਓ ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ। ਨਾਨਕ ਚਾਉ ਏਹੋ ਨਾਨਕ ਚਾਉ ਏਹੋ। ਵਾਹਿਗੁਰੂ 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 ਵਾਹਿਗੁਰੂ। ਜਪੋ ਜਪੋ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਤੀਜਾ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਅੱਜ ਪਾਵਨ ਮੁਖ ਵਾਕ ਜੋ ਸੰਗਤਾਂ ਨੂੰ ਪ੍ਰਾਪਤੀ ਹੋਇਆ ਹੈ। ਘਰ ਦੂਜੇ ਅੰਦਰ ਬਾਣੀ ਲਿਖੀ ਗਈ ਹੈ। ਘਰ ਦੂਜਾ ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਚਾਰ ਪਦਿਆਂ ਵਾਲਾ ਸ਼ਬਦ ਹੈ। ਇੱਕ ਦੀ ਕਿਰਪਾ ਨਾਲ ਇਹ ਪਸਾਰਾ ਪਸਰਿਆ ਹੈ ਜੀ। ਇਹੋ ਧਨ ਅਖੁੱਟ ਨਾ ਨਿਕੁਠੇ ਨਾ ਜਾਏ। ਕਿਹੜਾ ਧਨ? ਨਾਮ ਧਨ। ਇਹ ਅਖੁੱਟ ਹੈ। ਅਖੁੱਟ ਕਿਹਾ ਜਾਂਦਾ ਹੈ ਜਿਹੜਾ ਕਦੀ ਮੁੱਕੇ ਨਾ। ਨਾਮ ਦੀ ਵਡਿਆਈ ਦੇ ਉੱਪਰ ਸ਼ਬਦ ਹੈ ਜੀ। ਸਾਰਾ ਹੁਕਮਨਾਮਾ ਅੱਜ ਨਾਮ ਦੇ ਉੱਪਰ ਹੀ ਹੈ। ਜਿਹੜਾ ਇਹ ਧਨ ਹੈ ਨਾਮ ਧਨ, ਇਹ ਨਾ ਤੇ ਘਟਦਾ ਹੈ, ਵਧੇਗਾ ਸਿਰਫ, ਖਤਮ ਨਹੀਂ ਹੋਏਗਾ।
ਬਰਕਤ ਹੀ ਬਰਕਤ ਹੈ ਇਹਦੇ ਵਿੱਚ। ਪੂਰਾ ਸਤਿਗੁਰ ਦਿਆ ਦਿਖਾਏ, ਪੂਰੇ ਸਤਿਗੁਰ ਨੇ ਇਹ ਗੱਲ ਸਾਨੂੰ ਦਿਖਾ ਦਿੱਤੀ ਹੈ ਕਿ ਨਾਮ ਵਿੱਚ ਕਿੰਨੀ ਬਰਕਤ ਆ। ਆਪਣੇ ਸਤਿਗੁਰ ਕੋ ਸਦ ਬਲ ਜਾਈ, ਆਪਣੇ ਸਤਿਗੁਰ ਜੀ ਨੂੰ ਸਦਾ ਹੀ ਬਲ ਜਾਇਆ ਕਰੋ ਜੀ, ਵਾਰ ਵਾਰ ਬਲ ਜਾਇਆ ਕਰੋ। ਗੁਰ ਕਿਰਪਾ ਤੇ ਹਰ ਮਨ ਵਸਾਈ, ਗੁਰੂ ਕਿਰਪਾ ਤੇ ਹਰੀ ਮਨ ਵਿੱਚ ਆ ਕੇ ਵਸਦੇ ਹੁੰਦੇ ਹਨ, ਨਾਮ ਵਸ ਜਾਂਦਾ ਹੈ। ਸੇ ਧਨਵੰਤ ਹਰ ਨਾਮ ਲਿਵ ਲਾਏ, ਉਹਨਾਂ ਨੂੰ ਧਨਵੰਤ ਕਿਹਾ ਗਿਆ ਹੈ ਬਾਣੀ ਅਨੁਸਾਰ, ਜਿਨ੍ਹਾਂ ਦੇ ਕੋਲ ਨਾਮ ਹੈ। ਭਾਈ ਇਹ ਸਮੇਂ ਦੀ ਘੜੀਆਂ ਨਹੀਂ ਮਿਲਣੀਆਂ ਨੇ, ਹੋਰ ਸਾਰੇ ਸਮੇਂ ਮਿਲ ਜਾਣਗੇ ਗੱਲਾਂ ਬਾਤਾਂ ਵਾਸਤੇ, ਚਾਹ ਲੰਗਰ ਛਕਣ ਵਾਸਤੇ, ਪਰ ਇਹ ਜਿਹੜਾ ਕੀਮਤੀ ਸਮਾਂ ਹੈ ਨਾ, ਇਹਦੀ ਕੋਈ ਵੈਲਿਊ ਆਫ ਕੋਸਟ ਨਹੀਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਤਾਂ ਜਿਹਨੂੰ ਕਦਰ ਹੈ ਇਸ ਸਮੇਂ ਦੀ, ਉਹ ਲੈ ਜਾਏਗਾ ਨੰਬਰ, ਲੈ ਜਾਏਗਾ। ਇਹ ਤਾਂ ਦੇਵਤੇ ਵੀ ਉੱਪਰ ਅਰਦਾਸਾਂ ਕਰਦੇ ਖੜ ਕੇ ਪਰਮਾਤਮਾ ਅੱਗੇ, ਮਹਾਰਾਜ ਸੰਗਤ ਦੇ ਵਿੱਚ ਬਿਠਾ ਦਿਓ ਸਾਨੂੰ, ਸੰਗਤ ਦੇ ਵਿੱਚ 10 ਮਿੰਟ ਵੀ ਬਹਿ ਜਾਈਏ ਤੇ ਪਤਾ ਨਹੀਂ ਕਿੰਨੇ ਸਾਲਾਂ ਦਾ ਤਪ ਇਕੱਠਾ ਹੋ ਜਾਂਦਾ ਤੇ ਕਿੰਨੇ ਹੀ ਪਾਪ ਸਾਡੇ ਦੂਰ ਹੋ ਜਾਂਦੇ। ਇਹ ਵੀ ਗੱਲ ਹੈ, ਦੋਨੋਂ ਗੱਲਾਂ ਹੈ। ਪਾਪ ਆਟੋਮੈਟਿਕ ਝੜ ਰਹੇ ਹੈ, ਪਤਾ ਹੀ ਨਹੀਂ ਚੱਲ ਰਿਹਾ ਤੁਹਾਨੂੰ। ਬਰਕਤ ਹੀ ਬਰਕਤ ਹੈ ਜੀ। ਕੋਈ ਇੱਕ ਸਮਾਂ ਦਾ, ਇੱਕ ਕਹਿੰਦੇ ਸੈਕਿੰਡ ਵੀ, ਪਲ ਵੀ ਤੁਹਾਡਾ ਵੇਸਟ ਨਹੀਂ ਜਾਏਗਾ ਇਸ ਵੇਲਾ। ਇਹ ਤਾਂ ਕਮਾਈ ਦਾ ਸਾਧਨ ਹੈ, ਕਮਾ ਲਓ, ਕਮਾਈ ਕਰ ਲਓ। ਸੰਗਤ ਵਿੱਚ ਬਹਿਣਾ ਕਰਮਾਂ ਦੀ ਗੱਲ ਨੇ। ਆਪਣੇ ਸਤਿਗੁਰ ਕੋ ਸਦ ਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ। ਸੇ ਧਨਵੰਤ ਹਰ ਨਾਮ ਲਿਵ ਲਾਏ, ਉਹ ਧਨਵੰਤ ਹਨ ਜਿਹੜੇ ਨਾਮ ਦੇ ਨਾਲ ਲਿਵ ਲਾਉਂਦੇ ਹਨ। ਗੁਰ ਪੂਰਾ ਹਰ ਧਨ ਪਰਗਾਸਿਆ, ਗੁਰੂ ਪੂਰੇ ਦੀ ਕਿਰਪਾ ਨਾਲ ਨਾ ਇਹ ਜਿਹੜਾ ਧਨ ਹੈ ਇਹ ਪ੍ਰਗਟ ਹੋ ਗਿਆ ਹੈ। ਪ੍ਰਗਾਸਿਆ ਹਰ ਕਿਰਪਾ ਤੇ ਵਸੈ ਮਨਾਏ, ਹਰੀ ਦੀ ਕਿਰਪਾ ਨਾਲ ਮਨ ਵਿੱਚ ਆ ਕੇ ਵਸ ਜਾਂਦਾ ਹੈ। ਰਾਉ ਅਵਗੁਣ ਕਾਟ ਗੁਣ ਹਿਰਦੈ ਸਮਾਏ। ਇਹ ਦੇਖ ਲਓ, ਆ ਗਈ ਗੱਲ ਹੋਈ ਜਿਹੜੀ ਹੁਣੇ ਦੱਸੀ ਸੀ ਆਪ ਜੀ। ਅਵਗੁਣ ਕਾਟ, ਅਵਗੁਣ ਜਿਹੜੇ ਹੈ ਨਾ ਸਾਡੇ ਅੰਦਰ, ਦੋਖ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ ਦਾ ਭਰਿਆ ਸ਼ਬਦ, ਇਹਨਾਂ ਨੂੰ ਕੱਟ ਦਿੰਦਾ ਹੈ ਨਾਮ। ਅਵਗੁਣ ਕਾਟ ਗੁਣ ਹਿਰਦੇ ਸਮਾਏ, ਜਿਹੜੇ ਗੁਣ ਹਨ, ਜਿਹੜੇ ਚੰਗੇ ਗੁਣ ਹੈ, ਚੰਗੇ ਮੰਦੇ ਦੀ ਪਛਾਣ ਹੋ ਜਾਣੀ ਕਿ ਕੀ ਸਾਡੇ ਵਾਸਤੇ ਚੰਗਾ ਹੈ, ਕੀ ਮੰਦਾ ਹੈ, ਉਹ ਗੁਣ ਹੁਣ ਹਿਰਦੇ ਅੰਦਰ ਪ੍ਰਵਿਸ਼ਟ ਹੋ ਰਹੇ। ਆਖੋ ਸਤਨਾਮ ਸ਼੍ਰੀ। ਕੋਈ ਛੋਟੀ ਗੱਲ ਹੈ? ਇੰਨਾ ਗਿਆਨ ਹੋ ਜਾਵੇ ਕਿ ਕੀ ਸਾਡੇ ਵਾਸਤੇ ਮਾੜਾ ਹੈ, ਕੀ ਚੰਗਾ ਹੈ, ਕੀ ਮੰਦਾ ਹੈ। ਇਹੀ ਤੇ ਪਹਿਚਾਣ ਕਰਨੀ ਹੈ ਸੰਗਤ ਜਾ ਕੇ, ਹੋਰ ਕੀ ਸਿੱਖਣਾ ਹੈ। ਜਿੱਥੇ ਤੁਹਾਨੂੰ ਲੱਗੇ ਇੱਧਰ ਸਾਡਾ ਫਾਇਦਾ ਹੋ ਰਿਹਾ ਹੈ, ਇਸ ਵੇਲੇ ਅਸੀਂ ਕਥਾ ਸੁਣ ਰਹੇ ਹਾਂ, ਸਾਡਾ ਫਾਇਦਾ ਹੈ ਇਹਦੇ 'ਚ, ਉਹ ਕੰਮ ਕਰੋ। ਬੱਦਾ ਚੱਟੀ ਨਾ ਕਰੋ, ਬੱਦਾ ਚੱਟੀ ਨਾ ਗੁਣ ਨਾ ਉਪਕਾਰ। ਬੱਦਾ ਚੱਟੀ ਯਾਨੀ ਦਿਖਾਵੇ ਵਾਲੀ ਭਗਤੀ ਛੱਡ ਦਿਓ। ਜਿੱਥੇ ਤੁਹਾਨੂੰ ਬੈਨੀਫਿਟ ਨਜ਼ਰ ਆਏ ਉਹ ਕੰਮ ਕਰੋ। ਵਿਦਵਾਨ, ਗੁਣੀ ਵਿਦਵਾਨ ਸੰਤ ਮਹਾਂਪੁਰਸ਼ ਇਹੀ ਕੰਮ ਕਰਿਆ ਕਰਦੇ ਸੀ। ਕੋਈ ਇੱਕ ਪਾਸੇ ਦੇਖਦੇ ਸੀ ਜਿੱਥੇ ਲਾਭ ਜ਼ਿਆਦਾ ਹੈ। ਹੁਣ ਕੀਰਤਨ ਚੱਲ ਰਿਹਾ ਹੈ ਢੋਲਕੀ ਤੇ, ਉਸ ਵੇਲੇ ਕਹਿੰਦੇ ਅੰਮ੍ਰਿਤ ਵਰਤਦਾ, ਅੰਮ੍ਰਿਤ। ਜਿਸ ਤਰ੍ਹਾਂ ਬਾਰਿਸ਼ ਪੈਂਦੀ ਹੈ ਨਾ, ਬਾਰਿਸ਼ ਸਾਰਾ ਸਰੀਰ ਤੁਹਾਡਾ ਭਿੱਜੇਗਾ ਕੱਪੜੇ। ਉਸ ਵੇਲੇ ਕਹਿੰਦੇ ਕੀਰਤਨ ਵੇਲੇ ਸਮਾਧੀ ਲਗਾ ਲਿੱਤੀ ਜਾਏ ਨਾ ਜੇ, ਤੁਹਾਡਾ ਸਾਰਾ ਰੋਮ ਰੋਮ ਜਪੇਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤਾਂ ਹੀ ਤੇ ਕੀਰਤਨ ਅੰਦਰ ਦਿਲ ਲੱਗਦਾ ਹੈ। ਕਲਯੁਗ ਮੇਂ ਕੀਰਤਨ ਪ੍ਰਧਾਨਾ। ਤੇ ਕਥਾ ਜਿਹੜੀ ਹੈ ਝਿਮ ਝਿਮ ਬਾਰਿਸ਼ ਹੈ ਜੀ। ਇਹ ਖੇਤੀ ਕਰਨ ਵਾਲਿਆਂ ਨੂੰ ਪੁੱਛੋ, ਜ਼ਮੀਂਦਾਰਾਂ ਨੂੰ, ਕਿ ਕਿਹੜੀ ਬਾਰਿਸ਼ ਸਾਨੂੰ ਫਾਇਦਾ ਦਿੰਦੀ ਹੈ, ਪੁੱਛ ਲਓ। ਉਹ ਕਹਿਣਗੇ ਜਿਹੜੀ ਹਲਕੀ ਹਲਕੀ ਆਉਂਦੀ ਹੈ ਨਾ, ਉਹ ਅੰਦਰ ਬੀਜ ਦੇ ਅੰਦਰ ਤੱਕ ਜਾਂਦੀ ਹੈ ਤੇ ਉਹ ਬੀਜ ਫਲੀਫੂਟ ਹੁੰਦਾ ਹੈ। ਕਿ ਕਥਾ ਦਾ ਇਹ ਫਾਇਦਾ ਹੈ। ਤੇ ਸਿਮਰਨ ਦਾ ਵੀ ਅਲੱਗ ਹੀ ਮਾਤਮ ਹੈ। ਵਾਹਿਗੁਰੂ ਵਾਹਿਗੁਰੂ ਕਰਨਾ, ਇਹਦੇ ਨਾਲ ਅੰਦਰ ਭਿੱਜ ਜਾਂਦਾ ਹੈ ਜੀ। ਰੋਮ ਰੋਮ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦੇਗਾ ਤੁਹਾਡਾ।
ਇਹਦਾ ਅਲੱਗ ਮਹੱਤਮ ਹੈ, ਤਿੰਨੋਂ ਅਲੱਗ-ਅਲੱਗ ਮਹੱਤਮ ਦੇ। ਤੇ ਬਾਣੀ ਦੀ ਵਿਚਾਰ ਕਰਨਾ ਇਹ ਸਭ ਤੋਂ ਵੱਡਾ ਮਹੱਤਮ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬਾਣੀ ਬਿਰਲੋ ਵਿਚਾਰ ਸੀ। ਬਾਣੀ ਦੇ ਅਰਥ ਬਿਰਲੇ ਬੰਦੇ ਕਰਿਆ ਕਰਨਗੇ, ਗੁਰੂ ਜੀ ਨੇ ਕਿਹਾ ਹੋਇਆ। ਤੇ ਬਾਣੀ ਵਸ ਗਈ, ਬਾਣੀ ਦੇ ਅਰਥ ਤੁਹਾਡੇ ਅੰਦਰ ਸਮਝ ਆਣੇ ਸ਼ੁਰੂ ਹੋ ਗਏ, ਫਿਰ ਤੇ ਤੁਹਾਡੀ ਮੁਕਤੀ ਅਵਸ਼ਯ ਹੈ। ਕਿਉਂਕਿ ਤੁਸੀਂ ਫਿਰ ਉਸ ਤੋਂ ਬਾਅਦ ਅਮਲ ਕਰਨਾ ਸ਼ੁਰੂ ਕਰ ਦੇਣਾ ਹੈ। ਜੋ ਬਾਣੀ ਕਹਿ ਰਹੀ ਹੈ ਨਾ, ਹੁਕਮਨਾਮਾ ਧਿਆਨ ਨਾਲ ਸੁਣਿਆ ਕਰੋ, ਫਿਰ ਉਹਦੇ ਉੱਪਰ ਚੱਲਣ ਦੀ ਦਿਨ ਵਿੱਚ ਕੋਸ਼ਿਸ਼ ਵੀ ਕਰਿਆ ਕਰੋ। ਇਹ ਬਾਣੀ ਤਾਂ ਸੁਣਾਈ ਜਾਂਦੀ ਹੈ, ਗੁਰੂ ਘਰਾਂ 'ਚ ਕਥਾ ਤਾਂ ਹੁੰਦੀ ਹੈ ਕਿ ਖਾਲੀ ਸਿੱਖ ਬਾਣੀ ਪੜ੍ਹਨ ਤੇ ਨਾ ਰਹਿ ਜਾਵੇ, ਪੜ ਗੱਡੀ ਲੱਦੀਏ ਵਾਲਾ ਹਿਸਾਬ ਨਾ ਹੋ ਜਾਵੇ। ਬਾਣੀ ਕੀ ਕਹਿ ਰਹੀ ਇਹ ਵੀ ਤਾਂ ਸਮਝ ਆਵੇ ਨਾ, ਬਾਣੀ ਵਿੱਚ ਲਿਖਿਆ ਕੀ ਹੈ। ਖਾਲੀ ਪੜ੍ਹੀ ਜਾ ਰਹੇ ਹਾਂ, ਸਾਨੂੰ ਕੀ ਪਤਾ ਉਹਦੇ ਅੰਦਰ ਹੈ ਕੀ। ਉਹ ਤਾਂ ਵਿਚਾਰ ਕਰਨ ਨਾਲ ਹੀ ਦਿਮਾਗ ਦੀ ਸ਼ੁੱਧੀ ਹੋਏਗੀ ਨਾ ਜੀ। ਇਹ ਟੀਵੀ ਤੇ ਬਾਹਰ ਕੰਪਿਊਟਰ ਲੱਗਿਆ ਹੈ, ਹੁਕਮਨਾਮੇ ਦਾ ਪੂਰਾ ਅਰਥ ਥੱਲੇ ਲਿਖਿਆ ਹੁੰਦਾ ਹੈ। ਉਹ ਕਦੀ ਪੜ੍ਹ ਕੇ ਦੇਖੋ, ਕਿੰਨਾ ਆਨੰਦ ਆਉਂਦਾ, ਸਮਝ ਆਉਂਦੀ ਹੈ ਕਿ ਕੀ ਲਿਖਿਆ। ਅਵਗੁਣ ਕਾਢ ਗੁਣ ਹਿਰਦੇ ਸਮਾਏ, ਗੁਣ ਹਿਰਦੇ ਦੇ ਅੰਦਰ ਸਮਾਣੇ ਸ਼ੁਰੂ ਹੋ ਜਾਣਗੇ। ਪੂਰੇ ਗੁਰ ਕਾ ਸਹਿਜ ਸੁਭਾਅ, ਇਹ ਪੂਰੇ ਗੁਰ ਤੋਂ ਸਾਨੂੰ ਸਹਿਜ ਅਵਸਥਾ ਪ੍ਰਾਪਤ ਹੋਈ ਹੈ, ਸਹਿਜ ਸੁਭਾਏ ਮਿਲ ਗਈ। ਪੂਰੇ ਗੁਰ ਕੀ ਸਾਚੀ ਬਾਣੀ, ਪੂਰਾ ਗੁਰੂ ਹੈ ਤੇ ਉਹਦੀ ਬਾਣੀ ਵੀ ਸੱਚੀ। ਸੁਖ ਮਨ ਅੰਤਰ ਸਹਿਜ ਸਮਾਣੀ, ਮਨ ਦੇ ਅੰਦਰ ਬੜਾ ਹੀ ਆਨੰਦ ਆਉਂਦਾ ਹੈ, ਸੁਖ ਮਿਲਦਾ ਹੈ ਤੇ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ। ਏਕ ਅਚਰਜ ਜਨ ਦੇਖੋ ਭਾਈ, ਇਹ ਹੈਰਾਨੀ ਦੀ ਗੱਲ ਮੈਂ ਦੇਖੀ ਹੈ। ਸਤਿਗੁਰੂ ਕਹਿੰਦੇ ਹੈਰਾਨ ਹੋ ਗਿਆ ਮੈਂ ਗੱਲਾਂ ਸੁਣ ਕੇ ਬਾਣੀ ਦੀ। ਏਕ ਅਚਰਜ ਜਨ ਦੇਖੋ ਭਾਈ, ਮੈਂ ਹੈਰਾਨੀ ਵਾਲੀ ਗੱਲਾਂ ਦੇਖ ਰਿਹਾ ਪਰਮਾਤਮਾ ਦੀ। ਦੁਬਿਧਾ ਮਾਰ ਹਰ ਮਨ ਵਸਾਈ, ਮੇਰੇ ਮਨ ਦੀ ਦੁਬਿਧਾ ਸੀ, ਇਹ ਕੀ ਹੈ, ਇਹ ਮੇਰਾ, ਇਹ ਤੇਰਾ। ਦੁਬਿਧਾ ਕਹਿੰਦੇ ਇਹਨੂੰ, ਭਰਮ ਪੈ ਗਿਆ ਤੁਹਾਨੂੰ, ਭੁਲੇਖੇ ਪਏ। ਇਹ ਦੁਬਿਧਾ ਮਾਰਤੀ ਰੱਬ ਨੇ, ਬਾਣੀ ਨੇ, ਨਾਮ ਨੇ। ਹਰ ਮਨ ਵਸਾਈ, ਹੁਣ ਮਨ ਵਿੱਚ ਵਾਹਿਗੁਰੂ ਵਸ ਗਿਆ ਹੈ। ਨਾਮ ਅਮੋਲਕ ਨਾ ਪਾਇਆ ਜਾਏ, ਨਾਮ ਅਮੋਲਕ ਹੈ ਜੀ, ਇਸ ਤੋਂ ਕੋਈ ਮੋਲ ਵਾਲੀ ਗੱਲ ਹੈ ਹੀ ਨਹੀਂ ਜੀ ਸੰਸਾਰ ਵਿੱਚ। ਨਾ ਪਾਇਆ ਜਾਏ, ਨਹੀਂ ਪਾਇਆ ਜਾਂਦਾ, ਇਹ ਅਮੋਲਕ ਨਾਮ ਨਹੀਂ ਮਿਲਦਾ ਸਾਨੂੰ। ਗੁਰ ਪ੍ਰਸਾਦ, ਗੁਰੂ ਪ੍ਰਸਾਦ ਯਾਨੀ ਗੁਰੂ ਦੀ ਕਿਰਪਾ ਸਦਕਾ ਵਸੇ ਮਨ ਆਏ। ਗੁਰੂ ਦੀ ਕਿਰਪਾ ਤਾਂ ਹੀ ਮੰਗਦੇ ਹਾਂ, ਜੇ ਉਹਦੀ ਨਜ਼ਰ ਹੋਏਗੀ ਤਾਂ ਹੀ ਵਸੇਗਾ ਨਾ ਮਨ। ਸਭ ਮੈਂ ਵਸੈ ਪ੍ਰਭ ਏਕੋ ਸੋਏ, ਸਾਰੀ ਸ੍ਰਿਸ਼ਟੀ ਪੱਤੇ ਪੱਤੇ ਜੀਵ ਜੰਤੂ ਅੰਦਰ ਰੱਬ ਵਸ ਰਿਹਾ। ਗੁਰਮਤੀ ਕੱਢ ਪ੍ਰਗਟ ਹੋਏ, ਗੁਰੂ ਦੀ ਮਤ ਨਾਲ ਇਹ ਗੱਲ ਪ੍ਰਗਟ ਹੋ ਗਈ। ਸਹਿਜੇ ਜਿਨ ਪ੍ਰਭ ਜਾਨ ਪਛਾਣਿਆ, ਜਿਨ੍ਹਾਂ ਨੇ ਸਹਿਜੇ ਹੋ ਕੇ ਨਾਮ ਦੀ ਪਹਿਚਾਣ ਕਰ ਲਈ, ਨਾਨਕ ਨਾਮ ਮਿਲੇ ਮਨ ਮਾਨਿਆ, ਉਹਨਾਂ ਨੂੰ ਨਾਨਕ ਸਾਹਿਬ ਕਹਿੰਦੇ ਨਾਮ ਮਿਲ ਜਾਏਗਾ ਔਰ ਉਹਨਾਂ ਦਾ ਮਨ ਮੰਨ ਜਾਏਗਾ ਜੀ। ਇੱਕ ਬੜੀ ਹੀ ਸੋਹਣੀ ਵਿਚਾਰ ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਮਹਾਂਪੁਰਖਾਂ ਦੀ ਵਿਚਾਰ ਹੈ, ਉਹਨਾਂ ਨੇ ਸੁਣਾਈ, ਜੋ ਉਹਨਾਂ ਦੇ ਮੁਖੋਂ ਸੁਣੀ। ਗੁਰੂ ਨਾਨਕ ਦੇਵ ਜੀ ਤੇ ਬਾਲਾ ਮਰਦਾਨਾ ਅੱਜ ਜੰਗਲ ਵਿੱਚ ਬੈਠੇ ਹਨ। ਇੱਕ ਭਗਿਆੜ, ਉਸ ਵੇਲੇ ਭੁੱਖਾ ਭਗਿਆੜ, ਜਿਹੜਾ ਸਰੀਰ ਤੋਂ ਬੜਾ ਕਮਜ਼ੋਰ ਹੈ, ਭੁੱਖਾ ਵੀ 7 10 8 ਦਿਨ ਦਾ ਭਗਿਆੜ ਭੁੱਖਾ ਹੈ। ਉਹ ਜੰਗਲ ਵਿੱਚ ਖਾਣਾ ਲੱਭ ਰਿਹਾ, ਖਾਣਾ, ਮਾਸ, ਉਹਦਾ ਜਿਹੜੀ ਹੈ ਨਾ ਉਹ ਮਾਸ ਹੈ ਖਾਣਾ। ਤੇ ਬਾਲਾ ਮਰਦਾਨਾ ਜੀ ਰਬਾਬ ਤੇ ਕੀਰਤਨ ਕਰ ਰਹੇ ਹਨ ਤੇ ਗੁਰੂ ਨਾਨਕ ਦੇਵ ਜੀ ਗਾ ਰਹੇ ਹਨ ਬੜੀ ਸੁੰਦਰ ਬਾਣੀ। ਅਚਾਨਕ ਕੀ ਹੋਇਆ, ਉਹ ਭਗਿਆੜ ਕੋਲੋਂ ਲੰਘਿਆ ਹੈ, ਕੀਰਤਨ ਦੀ ਆਵਾਜ਼ ਉਹਦੇ ਕੰਨ ਵਿੱਚ ਚਲੀ ਗਈ। ਹੈ ਜਾਨਵਰ ਪਰ ਕੀਰਤਨ ਉਹਦੇ ਵੀ ਅੰਦਰ ਅਸਰ ਕਰ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਦੇਖੋ ਕੀਰਤਨ ਦੀ ਅਸਰ, ਬਾਣੀ ਦਾ ਅਸਰ। ਹੁਣ ਉਹ ਲਾਸ਼ ਸਾਹਮਣੇ ਪਈ ਹੈ, ਆਪ ਭੁੱਖਾ ਹੈ, ਲਾਸ਼ ਦੇ ਚਾਰੋਂ ਤਰਫੋਂ ਚੱਕਰ ਕੱਟ ਰਿਹਾ ਹੈ, ਚੱਕਰ ਹੀ ਚੱਕਰ, ਕਿਸੇ ਪਾਸੋਂ ਮਾंस नहीं खा रहा, नहीं खा पा रहे। फिर वो चला गया है, 2 मिनट बाद फिर वापस मार गया है। फिर लाश के पैरों ਨੂੰ ਸੁੰਘਦਾ ਹੈ, ਹੱਥਾਂ ਨੂੰ ਸੁੰਘਦਾ ਹੈ, ਸਿਰ ਨੂੰ ਸੁੰਘਦਾ ਹੈ।
ਕੋਈ ਕੋਈ ਅੰਗ ਨੂੰ ਚੁੰਮਦਾ ਹੈ ਪਰ ਨਹੀਂ ਖਾਂਦਾ, ਨਹੀਂ ਖਾਂਦਾ। ਮਰਦਾਨਾ ਜੀ ਕੀਰਤਨ ਕਰਦੇ ਹੋਏ ਦੇਖ ਰਹੇ ਹਨ ਸਾਰਾ ਸੀ ਭਗਿਆੜ ਦੇ ਬਾਰੇ। ਜਦੋਂ ਇਸ ਤਰ੍ਹਾਂ ਭਗਿਆੜ ਨੂੰ ਦੇਖਿਆ ਅਲੱਗ ਜਿਹੀ ਹਰਕਤ ਕਰਦੇ ਤੇ ਮਰਦਾਨਾ ਜੀ ਦੇ ਮਨ ਵਿੱਚ ਪ੍ਰਸ਼ਨ ਖੜੇ ਹੋ ਗਿਆ। ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਨੂੰ ਸਮਾਪਤੀ ਬਾਅਦ ਕਹਿੰਦੇ, ਭਗਿਆੜ ਤੇ ਮਾਸ ਨੂੰ ਛੱਡਦਾ ਹੀ ਨਹੀਂ ਜੀ, ਉਹ ਤਾਂ ਉਹਦੀ ਖਾਜਾ ਹੈ। ਉਹ ਇਹ ਤਾਂ ਵੈਸੇ ਹੀ ਬੜਾ ਭੁੱਖਾ ਲੱਗਦਾ ਹੈ, ਕਮਜ਼ੋਰ ਹੱਡੀਆਂ ਦਾ ਪਿੰਜਰ ਭਗਿਆੜ, ਇਹਨੇ ਕਿਉਂ ਨਹੀਂ ਮਾਸ ਖਾਇਆ? ਇਹ ਕਾਰਨ ਕੀ ਹੈ ਗੁਰੂ ਨਾਨਕ ਸਾਹਿਬ? ਤੁਸੀਂ ਪੂਰੇ ਹੋ, ਤੁਸੀਂ ਦਿਲਾਂ ਦੀ ਜਾਣਦੇ ਹੋ। ਇਸ ਸੰਸ਼ੇ ਨੂੰ, ਮੇਰੇ ਭਰਮ ਨੂੰ ਦੂਰ ਕੀਤਾ ਜਾਵੇ। ਗੁਰੂ ਨਾਨਕ ਸਾਹਿਬ ਬੜੇ ਪ੍ਰੇਮ ਵਿੱਚ ਬੋਲੇ, ਮਰਦਾਨਿਆ ਇਹਦਾ ਜਵਾਬ ਤੇ ਭਗਿਆੜ ਹੀ ਦੇਗਾ। ਭਗਿਆੜ ਕੋਲ ਪੁੱਛਣਾ ਠੀਕ ਰਹੇਗਾ। ਤੇ ਪਰ ਭਗਿਆੜ ਤੇ ਮਨੁੱਖ ਬੋਲੀ ਬੋਲਦੇ ਹੀ ਨਹੀਂ। ਹੁਣ ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਰਪਾ ਦਾ ਹੱਥ ਦੂਰੋਂ ਰੱਖਿਆ ਨਾ, ਜਦੋਂ ਅੱਜ ਭਗਿਆੜ ਵੀ ਮਨੁੱਖੀ ਬੋਲੀ ਬੋਲਣ ਲੱਗ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਦੇਖੋ ਸਤਿਗੁਰੂ ਸਭ ਕੁਝ ਕਰ ਸਕਦੇ ਹਨ, ਪੱਥਰ ਨੂੰ ਵੀ ਰੋਕ ਸਕਦੇ ਹਨ ਤੇ ਭਗਿਆੜਾਂ ਨੂੰ ਵੀ ਬੁਲਵਾ ਸਕਦੇ ਹਨ। ਭਗਿਆੜ ਹੁਣ ਮਨੁੱਖੀ ਬੋਲੀ ਅੰਦਰ ਬੋਲਦਾ ਹੈ। ਮਰਦਾਨਾ ਜੀ ਬਚਨ ਕਰਦੇ ਹਨ, ਭਾਈ ਸਾਨੂੰ ਇਹ ਦੱਸਣਾ ਕਰ, ਤੂੰ ਤਾਂ ਭੁੱਖਾ ਤੇ ਕਮਜ਼ੋਰ ਜਾਪਦਾ ਤੇ ਤੇਰੀ ਰੋਟੀ ਮਾਸ ਹੈ, ਤੂੰ ਇਸ ਲਾਸ਼ ਨੂੰ ਕਿਉਂ ਨਹੀਂ ਖਾਇਆ? ਇਹ ਕਈ ਕਾਰਨ ਹੈ। ਉਹ ਭਗਿਆੜ ਕਹਿੰਦਾ, ਮੈਂ ਤ੍ਰਿਗਤ ਜੋਨੀਆਂ ਵਿੱਚ ਰਹਿੰਦਾ, ਪਤਾ ਨਹੀਂ ਕਿੰਨੀ ਗੰਦੀ ਜੋਨੀ ਭੋਗ ਰਿਹਾ ਮਾਸ ਖਾਣ। ਮੇਰੇ ਕਰਮਾਂ ਦਾ ਫਲ ਮੈਨੂੰ ਮਿਲ ਰਿਹਾ ਹੈ, ਧਰਮਰਾਜ ਨੇ ਦਿੱਤਾ ਹੈ। ਅੱਜ ਜਦੋਂ ਮੈਂ ਆਇਆ ਤੇ ਮੇਰੇ ਅੰਦਰ ਕੀਰਤਨ ਦੀ ਧੁਨ ਆ ਗਈ। ਤੁਸੀਂ ਕੀਰਤਨ ਕਰ ਰਹੇ ਸੀ, ਬਾਣੀ ਅੰਦਰ ਗਈ ਤੇ ਮੇਰੇ ਹਿਰਦੇ ਵਿੱਚ ਜਾ ਕੇ ਕੀਰਤਨ ਵਸ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਨੂੰ ਗਿਆਨ ਹੋ ਗਿਆ, ਮੈਨੂੰ ਵੀ ਜਾਨਵਰ ਨੂੰ ਸੋਝੀ ਪੈ ਗਈ ਕੀਰਤਨ ਨਾਲ। ਕਹਿੰਦੇ ਮੈਂ ਭਗਿਆੜ ਹੋ ਕੇ ਜਦੋਂ ਭੁੱਖਾ ਮਾਸ ਦੇ ਕੋਲ ਗਿਆ ਤੇ ਮੈਂ ਦੇਖਿਆ ਇਹ ਤਾਂ ਬੜਾ ਹੀ ਨਾਸਤਿਕ ਬੰਦਾ ਹੈ ਜਿਹਦੀ ਬੋਡੀ ਪਈ ਹੈ। ਇਹਨੇ ਪੂਰੀ ਜ਼ਿੰਦਗੀ ਨਾਮ ਨਹੀਂ ਜਪਿਆ ਹੋਣਾ, ਨਾ ਸੰਗਤ ਕੀਤੀ। ਮੈਂ ਇਹਨੂੰ ਖਾ ਗਿਆ ਨਾ ਜੇ, ਤੇ ਹੋ ਸਕਦਾ ਹੈ ਰੱਬ ਨੇ ਮੇਰੇ ਵਾਸਤੇ ਕੋਈ ਵੱਖਰਾ ਹੀ ਕੁੰਭੀ ਨਰਕ ਬਣਾ ਦੇਣਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੱਗੇ ਮੈਂ ਮਰਿਆ ਮਾਰਿਆ ਕਿਹੜੀ ਜੋਨੀ ਭੁਗਤ ਰਿਹਾ, ਉਹ ਇਹਨੂੰ ਖਾ ਕੇ ਮੈਂ ਹੋਰ ਜੋਨੀ ਭੁਗਤਣੀ ਹੈ। ਇੰਨਾ ਗਿਆਨ ਹੋ ਗਿਆ ਦੇਖੋ ਭਗਿਆਨ ਨੂੰ। ਉਹਨੇ ਦੇਖ ਲਿਆ ਕਿ ਆਦਮੀ ਨੇ ਨਾਮ ਨਹੀਂ ਜਪਿਆ, ਬ੍ਰਹਮ ਗਿਆਨੀ ਬਣ ਗਿਆ ਭਗਿਆਨ, ਬਾਣੀ ਕਰਕੇ, ਸ਼ਬਦ ਕਰਕੇ। ਹੁਣ ਕੀ ਹੋਇਆ? ਮਰਦਾਨਾ ਜੀ ਨੇ ਦੂਜਾ ਸਵਾਲ ਕਰਤਾ। ਕਹਿੰਦਾ ਤੂੰ ਇੱਕ ਵਾਰੀ ਚਲਾ ਗਿਆ ਸੀ ਰਾਉਂਡ ਲਗਾ ਕੇ, ਫਿਰ ਆਇਆ ਸੀ, ਮੈਂ ਦੇਖਿਆ ਸੀ, ਫਿਰ ਤੂੰ ਇੱਕ ਇੱਕ ਪੈਰ, ਹੱਥ, ਸਿਰ, ਵੱਖਰਾ ਵੱਖਰਾ ਅੰਗ ਤੂੰ ਕਿਉਂ ਸੁੰਘਦਾ ਸੀ? ਇਹ ਦੱਸ ਮੈਨੂੰ। ਕਹਿੰਦੇ ਮੈਂ ਤਾਂ ਸੁੰਘਦਾ ਸੀ, ਉਹ ਮੈਂ ਸੋਚਿਆ ਕੋਈ ਤੇ ਹੱਥ ਮੇਰੇ ਖਾਣ ਵਾਲਾ ਬਣ ਜਾਵੇ। ਭੁੱਖ ਲੱਗੀ ਸੀ ਡਾਢੀ। ਮੈਂ ਦੇਖਿਆ ਇਹਦੇ ਹੱਥ ਨੇ ਵੀ ਕਦੀ ਸੇਵਾ ਨਹੀਂ ਕੀਤੀ, ਕਿਸੇ ਨੂੰ ਪਾਣੀ ਨਹੀਂ ਪਿਲਾਇਆ। ਮੈਂ ਪੈਰਾਂ ਵੱਲ ਦੇਖਿਆ, ਇਹ ਕਦੀ ਗੁਰਦੁਆਰੇ ਨਹੀਂ ਗਿਆ, ਸੰਗਤ ਹੀ ਜਾ ਕੇ ਚੱਲ ਕੇ ਨਹੀਂ ਗਿਆ, ਮੈਂ ਉਹ ਵੀ ਛੱਡਦਾ। ਮੈਂ ਕਿਹਾ ਚੱਲ ਇਹਦਾ ਸਿਰ ਹੀ ਕਦੀ ਝੁਕ ਗਿਆ ਹੋਵੇ ਗੁਰੂ ਅੱਗੇ, ਸੰਗਤ ਅੱਗੇ। ਕਹਿੰਦੇ ਇਹਦਾ ਸਿਰ ਵੀ ਨਹੀਂ ਝੁਕਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੰਨਾ ਨਾਸਤਿਕ ਬੰਦਾ ਸੀ। ਇੱਕ ਇੱਕ ਅੰਗ ਮੈਂ ਸੁਣ ਕੇ ਦੇਖ ਲਿਆ, ਮੈਨੂੰ ਤਾਂ ਕੋਈ ਚੰਗਾ ਲੱਗਿਆ ਹੀ ਨਹੀਂ। ਫਿਰ ਇਸ ਕਰਕੇ ਮੈਂ ਉਹ ਵੀ ਜਿਹੜਾ ਖਾਣਾ ਕੈਂਸਲ ਕਰਤਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਸ ਕਰਕੇ ਰਾਉਂਡ ਲਗਾ ਲਗਾ ਕੇ ਘੁੰਮੀ ਜਾਂਦਾ ਸੀ ਕਿ ਕੁਛ ਤੇ ਖਾਣ ਨੂੰ ਮਿਲ ਜਾਵੇ, ਭੁੱਖ ਲੱਗੀ। ਕਹਿੰਦੇ ਹੁਣ ਕੀ ਫੈਸਲਾ ਕੀਤਾ? ਕਹਿੰਦੇ ਹੁਣ ਤੇ ਕੋਈ ਫੈਸਲਾ ਨਹੀਂ। ਕਹਿੰਦਾ ਭੁੱਖਾ ਮਰਨਾ ਮਨਜ਼ੂਰ ਹੈ, ਪਰ ਮੈਂ ਇਸ ਲਾਸ਼ ਨੂੰ ਬਿਲਕੁਲ ਮਾਸ ਨੂੰ ਖਾਣਾ ਨਹੀਂ। ਆਖੋ ਸਤਨਾਮ ਸ਼੍ਰੀ। ਮਰਦਾਨਾ ਜੀ ਹੈਰਾਨ ਹੋ ਗਏ। ਇੱਕ ਜਾਨਵਰ ਬਦਲ ਗਿਆ, ਜਾਨਵਰ ਨੇ ਸੁਭਾਅ ਬਦਲ ਰਿਹਾ। ਅਸੀਂ ਮਨੁੱਖ ਹੋ ਕੇ ਇੰਨੇ ਕੱਟਰ ਪੱਥਰ ਦਿਲ, ਸਾਡੇ ਮਨ ਤੇ ਇੱਕ ਵੀ ਬਾਣੀ ਦਾ ਸ਼ਬਦ ਅਸਰ ਨਹੀਂ ਕਰਦਾ, ਕੋਈ ਕਥਾ ਅਸਰ ਨਹੀਂ ਕਰਦੀ। ਅਸੀਂ ਕਿਸ ਮਿੱਟੀ ਦੇ ਬਣੇ ਹਾਂ? ਸਾਨੂੰ ਸੋਝੀ ਵੀ ਹੈ ਕਿ ਅੱਗੇ ਨਰਕ ਸਵਰਗ ਹੈਗੇ, ਅਸੀਂ ਉਹਨੂੰ ਵੀ ਕ੍ਰਿਟੀਸਾਈਜ਼ ਜਿਹਨੂੰ ਕਹਿੰਦੇ, ਬਹਿਸ ਕਰਦੇ ਹਾਂ, ਡਿਬੇਟ ਕਰਦੇ ਹਾਂ। ਕਈ ਕਰਦੇ ਹੈ ਜੀ, ਉਹ ਕਹਿੰਦੇ ਕਿੰਨੇ ਕੀ ਹੈ ਨਰਕ ਹੈ ਸਵਰਗ ਹੈ, ਇਹੀ ਨਰਕ ਹੈ, ਇਹੀ ਤੇ ਸਵਰਗ ਹੈ। ਧਰਤੀ ਤੇ ਜੋ ਦੁੱਖ ਭੋਗ ਰਹੇ ਇਹ ਨਰਕ ਹੈ, ਤੇ ਜਿਹੜਾ ਏਸੀ ਦੇ ਅੰਦਰ ਕਾਰਾਂ 'ਚ ਘੁੰਮ ਰਹੇ ਇਹ ਸਵਰਗ ਹੈ। ਨਹੀਂ ਹੈਗਾ।
ਜਦੋਂ ਜੰਮ ਤੁਹਾਡਾ ਹਿਸਾਬ ਲੈਣਗੇ ਨਾ, ਚਿੱਤਰਗੁਪਤ ਪਰਦਾ ਖੋਲਣਗੇ ਤੁਹਾਡਾ, ਫਿਰ ਤੁਹਾਨੂੰ ਮੈਨੂੰ ਕਹਿਣ ਦੀ ਲੋੜ ਨਹੀਂ ਪਏਗੀ, ਆਪੇ ਹੀ ਤੁਹਾਨੂੰ ਪਤਾ ਲੱਗ ਜਾਏਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੰਤ ਈਸ਼ਰ ਸਿੰਘ ਜੀ ਕਹਿੰਦੇ ਹੈਗਾ, ਕੌਣ ਕਹਿੰਦਾ ਜਨਮ ਮਰਨ ਤੋਂ ਬਾਅਦ ਰੂਹ ਨੂੰ ਕੁਛ ਨਹੀਂ ਹੁੰਦਾ, ਮਿਲਦਾ ਹੈ। ਸਜ਼ਾਵਾਂ ਵੀ ਤਿਆਰ ਹੈ, ਲੇਖਾ ਵੀ ਤਿਆਰ ਹੈ। ਤਾਂ ਹੀ ਤੇ ਅਸੀਂ ਆਪਣੇ ਕਰਮਾਂ ਦਾ ਪਾਉਂਦੇ ਹਾਂ। ਦੋਸ਼ ਕਰਮਾਂ ਆਪਣੇ ਆ, ਦੂਜੇ ਨੂੰ ਦੋਸ਼ ਦਿੰਦੇ ਆ, ਇਹਨੇ ਮੇਰਾ ਵਿਗਾੜਿਆ, ਪਰ ਕੀਤਾ ਆਪ ਹੋਏ ਨਾ। ਪਿਛਲੇ ਜਨਮ ਉਹਦਾ ਵਿਗਾੜ ਕੇ ਆਇਓ, ਤਾਂ ਹੀ ਤੇ ਕਰਮ ਭੋਗ ਰਹੇ ਹੋ। ਉਹ ਤੁਹਾਨੂੰ ਸਜ਼ਾ ਦੇ ਰਹੇ ਆ ਹੁਣ ਸਾਰੀਆਂ। ਇਹ ਚੱਕਰ ਰਹਿੰਦਾ। ਸੰਤ ਈਸ਼ਰ ਸਿੰਘ ਦਿਹਾੜੇ ਵਾਲੇ ਹੁਣ ਦੱਸਦੇ ਹਨ, ਉਸ ਭਗਿਆਨ ਨੇ ਆਪਣੇ ਪ੍ਰਾਣ ਤਿਆਗ ਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਨਾ, ਭੁੱਖਾ ਵੈਸੇ ਹੀ ਸੀ, ਮਾਸ ਖਾਇਆ ਨਹੀਂ, ਮਰ ਗਿਆ। ਉਹ ਨਾਲ ਹੀ ਉਹਦੀ ਆਤਮਾ ਨਿਕਲ ਕੇ ਸਿੱਧੀ ਸੱਚਖੰਡ ਬੇਖੁੰਤੀ ਚਲੀ ਗਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਇੱਕ ਵਚਨ ਤੇ ਮੰਨਿਆ ਨਾ ਉਹਨੇ। ਗੌਰ ਕਰਨ ਵਾਲੀ ਗੱਲ ਹੈ, ਉਹਨੇ ਇੱਕ ਵਚਨ ਨੂੰ ਤੇ ਪਾਲਿਆ ਨਾ, ਕਿ ਨਾਸਤਿਕ ਬੰਦੇ ਨੂੰ ਨਹੀਂ ਖਾਇਆ ਉਹਨੇ ਮਾਸ ਨੂੰ। ਉਹ ਵਚਨ ਉਹਦਾ ਪੂਰਾ ਭਗਤੀ ਬਣ ਗਿਆ। ਭਗਤੀ ਬਣ ਕੇ ਉਹਨੂੰ ਕਰਮ ਉਹਦੇ ਦੂਰ ਹੋ ਗਏ ਮਾੜੇ। ਉਹਦੀ ਜੂਨੀ ਤੋਂ, ਤ੍ਰਿਗਤ ਜੂਨੀ ਤੋਂ ਉਹਨੂੰ ਪਰਮਾਤਮਾ ਨੇ ਬਾਹਰ ਕੱਢਤਾ। ਇਹ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਦੇ ਅੰਦਰ ਸਾਖੀ ਹੈ ਜੀ। ਇਹ ਕੋਈ ਬਨਾਵਟੀ ਸਾਖੀ ਨਹੀਂ ਹੈ, ਇਹ ਅਸਲੀ ਜੋ ਉਹਨਾਂ ਦੇ ਇਤਿਹਾਸ ਵਿੱਚੋਂ ਗੱਲ ਲਿੱਤੀ ਗਈ ਹੈ। ਕਲਯੁਗ ਅੱਜ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਆਇਆ ਹੈ। ਬੜਾ ਹੀ ਡਰਾਵਨਾ ਰੂਪ। ਉਹਨੇ ਇੱਕ ਬਹੁਤ ਵੱਡਾ ਕੰਬਲਾ, ਜਿਹਨੂੰ ਕਹਿੰਦੇ ਰਜਾਈ, ਕੀਤੀ ਵੀ ਹੈ ਕੰਬਲ ਜੀ। ਜਦੋਂ ਆਇਆ ਤੇ ਮਰਦਾਨਾ ਸਾਹਿਬ ਡਰ ਗਏ। ਮਰਦਾਨਾ ਜੀ ਕਹਿੰਦੇ, ਮਹਾਰਾਜ ਅੱਜ ਤੇ ਸਾਡੀ ਖੈਰ ਨਹੀਂ, ਇਹਦਾ ਕੱਦ ਦੇਖੋ, ਮੂੰਹ ਤੋਂ ਅੱਗ ਨਿਕਲ ਰਹੀ ਹੈ, ਇਹ ਤਾਂ ਸਾਨੂੰ ਕੱਚਾ ਚਬਾ ਜਾਏਗਾ। ਇਹ ਕੌਣ ਹੈ? ਕਹਿੰਦੇ ਘਬਰਾ ਨਾ। ਗੁਰੂ ਨਾਨਕ ਦੇਵ ਜੀ ਕਹਿੰਦੀ, ਇਹ ਵੀ ਡਰਦਾ ਬਾਣੀ ਤੋਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਡਰਦਾ ਹੈ, ਇਹ ਕੁਛ ਨਹੀਂ ਕਹੇਗਾ ਤੈਨੂੰ। ਮਰਦਾਨਾ ਜੀ ਕੁਛ ਨਹੀਂ ਕਹੇਗਾ, ਤੁਸੀਂ ਨਾਮ ਜਪੋ। ਹੁਣ ਕੋਲ ਆ ਕੇ ਹੱਥ ਬੰਨ ਲਏ ਕਲਯੁਗ ਨੇ। ਮਹਾਰਾਜ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ। ਗੁਰੂ ਨਾਨਕ ਦੇਵ ਜੀ ਬੋਲੇ, ਦੱਸੋ ਕੀ ਕੰਮ ਹੈ? ਕਹਿੰਦੇ ਬਸ ਆਪਣਾ ਉਧਾਰ ਕਰਾਉਣ ਆਇਆ ਕਲਯੁਗ। ਕਹਿੰਦੇ ਮੈਂ ਵੀ ਤੁਹਾਡੇ ਕੋਲ ਆਪਣਾ ਭਲਾ ਮੰਗਣ ਆਇਆ। ਤੁਸੀਂ ਅਵਤਾਰ ਹੋ, ਨਿਰੰਕਾਰ ਹੋ, ਮੇਰਾ ਸਮਾਂ ਹੈ, ਤੁਸੀਂ ਇਸ ਸਮੇਂ ਦੇ ਅੰਦਰ ਅਵਤਾਰ ਧਾਰਿਆ ਹੈ। ਮੇਰਾ ਬਿਲਕੁਲ ਹੀ ਰੋਬ ਨਹੀਂ ਚੱਲੇਗਾ ਤੇ ਫਿਰ ਮੇਰਾ ਕਾਹਦਾ ਯੁੱਗ ਹੋਇਆ? ਮੇਰੀ ਇਹ ਬੇਨਤੀ ਹੈ। ਹੁਣ ਮਰਦਾਨਾ ਜੀ ਕਹਿੰਦੇ ਪਹਿਲੇ ਇਹ ਦੱਸ, ਤੇਰੇ ਜਿਹੜੀ ਕੰਬਲੀ ਕੀਤੀ ਹੈ ਇਹਦੇ ਅੰਦਰ ਗੱਡੇ ਕਿਉਂ ਹੈ, ਛੇਦ ਕਿਉਂ ਹੈ, ਫੱਟੀ ਕਿਉਂ ਪਈ ਹੈ ਜਗ੍ਹਾ ਜਗ੍ਹਾ? ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕਪੜਾ ਨਦਰੀ ਮੋਗ ਦੁਆਰ। ਜਿਹੜੇ ਸਜਰੇ ਉੱਠਦੇ ਹਨ, ਗੁਰਸਿੱਖ ਨਹਾਉਂਦੇ ਧੋਂਦੇ ਹਨ, ਜਪਜੀ ਸਾਹਿਬ ਦੀ ਬਾਣੀ ਜਪਦੇ ਹਨ, ਉਹ ਉੱਠ ਕੇ ਕਲਯੁਗ ਕਹਿੰਦੇ ਮੈਂ ਪੂਰੀ ਦੁਨੀਆ ਉੱਪਰ ਇੱਕ ਚੱਦਰ ਪਾਨਾ ਸਵੇਰੇ ਆਲਸ ਦੀ, ਉਹ ਉਸ ਚੱਦਰ ਨੂੰ ਵੀ ਪਾੜ ਕੇ, ਜਿਹਨੂੰ ਕਹਿੰਦੇ ਗੱਡਾ ਕਰਕੇ ਉੱਠ ਜਾਂਦੇ ਹਨ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਸ ਕਰਕੇ ਜਗ੍ਹਾ ਜਗ੍ਹਾ ਤੇ ਜਿਹੜੇ ਗੱਡੇ ਦਿਖਾਈ ਦੇ ਰਹੇ, ਇਹ ਉਹ ਧਰਤੀ ਦੇ ਗੁਰਸਿੱਖ ਪਿਆਰੇ ਹਨ, ਜੋ ਅੰਮ੍ਰਿਤ ਵੇਲੇ ਜਾਗ ਜਾਗ ਕੇ ਮੇਰੀ ਚੱਦਰ ਫਾੜ ਦਿੰਦੇ। ਮੈਂ ਕੀ ਕਰਾਂ? ਉਹਨਾਂ ਦੀ ਸਮਰਥਤਾ ਇੰਨੀ ਤਗੜੀ ਹੈ, ਗੁਰੂ ਉਹਨਾਂ ਦੇ ਨਾਲ ਹੁੰਦਾ ਹੈ, ਉਹਨਾਂ ਉੱਪਰ ਮੇਰਾ ਜ਼ੋਰ ਨਹੀਂ ਚੱਲਦਾ ਭਾਈ, ਨਹੀਂ ਚੱਲਦਾ। ਕਲਯੁਗ ਦੀ ਗੱਲ ਸੁਣ ਕੇ ਮਰਦਾਨਾ ਜੀ ਬਹੁਤ ਹੈਰਾਨ ਹੋਏ। ਕਹਿੰਦੇ ਸਤਿਗੁਰੂ ਬਾਣੀ ਅੰਦਰ ਇੰਨਾ ਜ਼ੋਰ ਹੈ। ਕਲਯੁਗ ਵੀ ਹੱਥ ਬੰਨ ਕੇ ਖੜਾ ਹੈ ਆਪ ਜੀ ਦੇ ਅੱਗੇ। ਕਹਿੰਦੇ ਮਰਦਾਨਾ ਜੀ ਮੈਂ ਕਿਹਾ ਸੀ ਇਹ ਬਾਣੀ ਹੈ ਨਿਰੰਕਾਰ ਤੋਂ ਦੇਸ਼ ਤੋਂ ਆਈ ਹੈ। ਇਹ ਜੋ ਸ਼ਰਧਾ ਭਾਵਨਾ ਨਾਲ ਜਪੇਗਾ ਨਾ, ਇਹ ਸਭ ਕੁਝ ਕਰਨ ਦੇ ਸਮਰੱਥ ਹੈ। ਵੱਡੇ ਤੋਂ ਵੱਡੇ ਦੈਤ, ਰਾਖਸ਼ ਵੀ, ਭੂਤ ਜੋਨੀਆਂ ਵਾਲੇ ਵੀ ਇਹਦੇ ਅੱਗੇ ਡਰਦੇ ਹਨ ਬਾਣੀ ਤੋਂ। ਬਾਣੀ ਦਾ ਪ੍ਰਭਾਵ ਹੈ। ਮਰਦਾਨਾ ਜੀ ਬਿਲਕੁਲ ਨਾ ਡਰਿਓ। ਗੁਰੂ ਨਾਨਕ ਸਾਹਿਬ ਜੀ ਨੇ ਕਿਵਾੜ ਖੋਲਤੇ ਮਰਦਾਨਾ ਜੀ। ਮਰਦਾਨਾ ਜੀ ਦਾ ਭਰੋਸਾ ਬੰਦ ਤਾ, ਕਿਉਂਕਿ ਮਰਦਾਨਾ ਜੀ ਜਦੋਂ ਮਿਲੇ ਸੀ ਨਾ ਪਹਿਲੀ ਵਾਰੀ, ਤੇ 3 ਬਚਨ ਹੋਏ ਸੀ ਮਰਦਾਨਾ ਜੀ ਨੂੰ। ਮਰਦਾਨਿਆ ਜੇ ਮੇਰੇ ਨਾਲ ਰਹਿਣਾ ਤੇ ਸੁਣ ਲੈ, 3 ਬਚਨ ਕਮਾ ਲੇਗਾ। ਕਹਿੰਦੇ ਦੱਸੋ। ਪਹਿਲਾ ਬਚਨ, ਸਜਰੇ ਅੰਮ੍ਰਿਤ ਵੇਲੇ ਰੋਜ਼ ਉੱਠਣਾ ਹੈ, ਇੱਕ ਨਾਂਗਾ ਵੀ ਬਰਦਾਸ਼ਤ ਨਹੀਂ ਕਰਾਂਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੂਜਾ ਬਚਨ, ਜਿਹੜੇ ਤੇਰੇ ਰੋਮ ਦਿੱਤੇ ਹੈ ਤਾਂ ਸਰੀਰ ਤੇ, ਇਹਨਾਂ ਨੂੰ ਕਦੀ ਤੂੰ ਕੱਟਣਾ ਨਹੀਂ ਹੈ, ਕੈਂਚੀ ਨਹੀਂ ਲਾਣੀ, ਰੱਖ ਲੇਗਾ।
पूरी जिंदगी इसे रोमां की बेदबी नहीं करनी। आखो सतनाम श्री। तीजा, ये जड़े होंगे मांस शराब खाण वाले बंदे, ये विभाचारी होंगे हैं, ये विकारी लोग होंगे हैं जो इन्हों के अंदर काम क्रोध चलता है। ये नहीं छकना तय। बोल वादा करेगा, कहते सत वचन जी सत वचन। बाबा जी कहते ठीक है मरदाना, जे ये 3 काम तू कमाएगा तो गारंटी देना अगला जड़ा मुक्ति का दरवाजा है बेखुंठ तक तेन यात्रा जी करानी है वो मैं करावांगा। को सतनाम श्री। वाह, ये वादे धर दे 3 मेरे के, फिर उस तो बाद तेरी बांह मैं फड़ लांगा, जिथे मर्जी चला जा तेरी रखवाली गुरु नानक करेगा। देख लो कितना नहीं जादूगरनिया ने फड़ लिया सी, भेडू बनाता सी मरदाना जी ने, भेडू तां भी बाबा जी बचा के लिया सी जादूगरनी को। उस तो अलावा कोडा राकश ने इंज फड़ के ना मरदाना जी को कड़ाई दे विच जिहड़े अग दा भरिया तेल के अंदर सुट्टन लगे सी, तां भी गुरु नानक देव जी ने बचा लिया सी। मरदाना जी को हर जगह सहाई होए बाबा नानक, वादा अपना पूरा निभाया है। जिथे गुरु नानक साहब सचखंड विच बैठे हैं तो मरदाना साहब भी कोल ही बैठे हैं, अज भी उन्होंने कोल रबाब बज रही। आखो सतनाम श्री। वाह, मरदाना जी पूरे ब्रह्म ज्ञानी होए हैं। ये गुरु की बाणी के उपर पैरा देने वालियां दी शक्तियां हैं। ते बाणी बाणी का सत्कार करो, अमृत वेले का सत्कार करो, संगत का सत्कार करो। विच संगत हर प्रभ वसे जियो। संगत की घड़ियां जिथे लपे उन्हों कैचअप करो, उन्हों गवाओ ना, उसका उपयोग सदउपयोग करना सीख लो। नितनेम का की है, नितनेम तो तुसी जद मर्जी कर लो। जिस वेले संगत हो रही होवे ते उस वेले सिर्फ और सिर्फ संगत ही करो। आखो सतनाम श्री। वाह, नितनेम से पूरा दिन पे। गुरदास जी ने भी लिखा है, चढ़े दिवस गुरबाणी गावे, बहदियां उड़दिया नाम ते आवे। गुरदास जी सब कुछ लिख गए वारां। अमृत वेले भी उठ के चौकड़ा लाना चाहिए, गुरदास जी कहते। गुरु घर जाना चाहिए, इशनान करके। गुरदास जी ने पूरी वार मैं कभी लियाऊंगा आप जी के सामने कि नितनेम की है सिख का। वो क्लीयर लिखे है, चढ़े दिवस गुरबाणी गावे। नितनेम तुसी दिन के समय कर सकते हो, ऐसी कोई जल्दी नहीं है नितनेम करने की। तुसी आराम नाल सहजे होके एक एक अर्थ समझ के आराम नाल पंज बाणी का पाठ करया करो। तो जिस वेले गुरु की कथा चल रही होवे, गुरु की संगत भाव जिथे भी होवे, किसी भी दरबार ते उस वेले सिर्फ संगत ही करो। उसका गुण बहुत अधिकारी ने, वो तो पाप साड़ देगा तुहाडे, वो तो बड़ा कुछ दे जाएगा ने। कई जन्मां दा तप, 100 साल की भगती भी पिछे पै जाएगी, वो 10 मिनट के अगे। आखो सतनाम श्री। वाह, ये महापुरखों की विधियां हैं, संतां ने कमाईयां हैं जीवन के अंदर, तो उन्होंने फिर दसियां हैं। मुक्ति के रस्ते सानू दस गए हैं, खोल गए हैं। ये महापुरुषों की कमाईयां हैं जो सानू साडे सारियां दा भला कर गए हैं। साडा भला जो देखो महापुरुषों को फिक्र है, साडी गुरु जी को फिक्र है कि ये संगत पिछों भटक ना जाए। कहते गुरु नानक देव जी की साखी है ना, घर के अंदर किसी कईयां दे हुंदी है पूरी जीवनी जिन्हों कहते हैं। कहते वो रात वेले ना खोल लिया करो घंटे, इससे बच्चे कोल बिठा लिया करो, घर दे जी जिन्ने भी है। कहते पढ़नी शुरू कर, 1 अंग 2 अंग 3 अंग 4 अंग जिन्ने भी है वो सारी समाप्ति कर दो। तो कहते वो कथा पढ़ते पढ़ते सारा घर के जोड़े दुख होंगे ना, दुख प्रॉब्लम्स, ये सारी दूर हो जाती है। और होर ते होर सोझी ज्ञान वज जाता है, होर ते होर मुक्ति का दरवाजा भी खुल सकता है। आखो सतनाम श्री। वाह, इन्ना महात्म ने, इन्ना महात्म दे गए ने गुरु की साखियां नूं। 10 गुरुआं की साखी की घर सटीक लैके आओ दुख निवारण साहब तो, वो घर शुरू कर लो। रात का समय एकांत का समा होए, टाइम बंद लो 9 तो 10, कोई टीवी नहीं, कोई मोबाइल, सारे
स्विच ऑफ कर दो और बह जाओ चौकड़े मार के, देखो फिर कमाल। ये महापुरुषों की विधियां हैं। महापुरुष करते हैं ये गल्लां, आप भी करते हैं, एवें नहीं कहते, पहले आप करते हैं। खाली बाणी पढ़ना धन है, बाणी की विचार करनी भी जरूरी है, कथा सुननी भी जरूरी है। इन्हां दे अलग अलग महात्म सतगुर दे गए हैं। सूर्य प्रकाश ग्रंथ जड़ी आप जी की कथा होंदी है, अपना दुख निवारण साहब, शहीदगंज, अमृतसर, कोई भी इतिहासिक गुरुद्वारा, सीसगंज साहब, जिथे भी इतिहास की कथा चलती है, उन्होंने दे कथावाचक कथा शुरू करने तो पहले यही कहते हैं, जड़े जड़े कथा विच बैठे हैं उन्होंने दे सारे पाप अज झड़ जाएंगे। आखो सतनाम श्री वाह। वो कहते हैं, कहते पूरा ये पूरी कथा सुन लो जिन्नी भी है सूर्य प्रकाश ग्रंथ की, कहते उन्होंने मुक्ति भी प्राप्त हो सकती है। आखो सतनाम श्री वाह। मुक्ति का दरवाजा खुल जाता। और किहड़े किहड़े वर्ड दसा? सबसे उत्तम हर की कथा, नाम सुनत दर्द दुख लथा। सुखमनी साहब अंदर दर्ज ने पंक्तियां। कथा नूं विशेष विशेष सम्मान सत्कार दिता गया। कथा गुरु हरि कथा ये सुनिया करो। जे नहीं सुनी जाती तो प्रैक्टिस अभ्यास करना शुरू कर दो। कथा सुनने की आदत पाल लो भाई, जीवन बदल जाते हैं। आओ हुण सिमरन करके सारी समाप्ति करिए। बोलदियां होया कोई भी गलती दास की झोली पा दो, ते गुण कोई तुहानूं लग्या होए वो अपने घर लै जाओ। आखो सतनाम श्री वाह। गुणा दे सांझ करो, अवगुण मेरी झोलियां च पा दो। सारे सारे जपो वाहेगुरु 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 वाहेगुरु। वाहेगुरु